प्यारे दर्शकों, पंजाबनामा शो दे विच तुहाडा स्वागत है। इस शो दे विच साडे नाल पंजाब हरियाणा हाई कोर्ट के सीनियर वकील हरचंद सिंह बाठ हन, जिन्हां नाल असीं पिछले दिनां दे विच पंजाब दे विच कुछ अहम घटनावां वापरीਆਂ ने, उन्हां बारे चर्चा करांगे। खास करके श्रोमणी गुरुद्वारा प्रबंधक कमेटी की कार्यकारिणी की 2 दिन पहलां होई मीटिंग दे विच फैसला किया गया कि 1984 ਦੇ ਵਿੱਚ ਜਿਹੜੀ ਹੱਥ ਲਿਖਤ ਬੀੜ ਆ ਨੁਕਸਾਨੀ ਗਈ ਸੀਗੀ, ਉਹ ਦਰਸ਼ਨਾਂ ਲਈ ਲੋਕਾਂ ਦੇ ਲਈ ਰੱਖ ਦਿੱਤੀ ਗਈ ਹੈ। ਇਹ ਰੱਖਣ ਪਿੱਛੇ ਕੀ ਮਨੋਰਥ ਕੀ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਧਰ ਨੂੰ ਚੱਲਣਾ ਚਾਹੁੰਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਕੀ ਕਰਨਾ ਚਾਹੁੰਦਾ? ਕੀ ਇਹ ਸਿੱਖ ਏਜੰਡਿਆਂ ਨੂੰ ਦੁਬਾਰਾ ਉਭਾਰਨ ਦਾ ਯਤਨ ਹੈ? ਬਾਠ ਸਾਹਿਬ, ਤੁਸੀਂ ਇਹਦੇ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ? जम्मू साहब देखो, आपां नूं जिहड़ा वा सारा कुछ पता है कि अकाली दल जिहड़ा है, श्रोमणी अकाली दल बेसिकली जिहड़ी श्रोमणी गुरुद्वारा प्रबंधक कमेटी है उन्होंने कंट्रोल करता रहा। हुण तक दा इतिहास ये है कि जदों भी जिहड़ा है कोई SGPC का प्रधान चुनिया जाता है, इन्ने लंबे समय दे विच पहलां बादल साहब सी, उस तो बाद जिहड़े है उन्हां दे साहिबजादे सुखबीर बादल आ गए। तो उस वेले किसी नूं पता नहीं हुंदा कि जदों इन्हां ने चोण करनी हुंदी SGP दे प्रधान दी ते बाकी जिहड़े ऑफिसर अहुदेदार ने उन्हां दी, तां उस वेले एक पर्ची जिहड़ी है वो कढदे ने। उस पर्ची दे विच किहदा नां लिखिया हुंदा, किहदी किस्मत बंद हुंदी है, इहदे बारे किसी नूं भी कोई जानकारी नहीं हुंदी जिन्ना चिर तक वो पर्ची खुलदी नहीं है। इस तो ये गल क्लीयर है कि श्रोमणी गुरुद्वारा प्रबंधक कमेटी पूरी तरह दे नाल श्रोमणी अकाली दल दे मैं कहांगा कि श्रोमणी अकाली दल दे नहीं, श्रोमणी अकाली दल दा जिहड़ा भी प्रधान समय समय जिहड़ा हुंदा है, पहला लम्मा समा वड्डे बादल साहब रहे, हुण छोटे बादल साहब आ गए है, बल्कि वड्डे बादल साहब दे हुंदियां ही छोटे बादल साहब ने कंट्रोल करना शुरू कर दिता सी। ते वो जिहड़ी है पर्ची जिस दी भी निकलदी है, तां इहदा मतलब यह है कि वो कंट्रोल पूरे दा पूरा प्रधान जी दा हुंदा है। ते वो ਜਿਹੜਾ ਬੰਦਾ ਜਿਹੜੇ ਵੀ ਚੁਣੇ ਜਾਂਦੇ ਨੇ ਅਹੁਦੇਦਾਰ, ਉਹ ਉਹਨਾਂ ਦੀ ਮਰਜ਼ੀ ਤੋਂ ਬਿਨਾ ਕੋਈ ਕੰਮ ਵੀ ਨਹੀਂ ਕਰ ਸਕਦੇ। ਹੁਣ ਇਹ ਲੰਮਾ ਸਮਾਂ ਹੋ ਗਿਆ 84 ਬੀਤੇ ਨੂੰ, ਸਾਰਿਆਂ ਦੇ 37 ਸਾਲ ਹੋ ਗਏ, 37 ਸਾਲ ਹੋ ਗਏ ਆ। ਸਾਡੀ ਜਿਹੜੀ ਸਿੱਖ ਬਰਾਦਰੀ ਹੈ ਪੂਰੀ ਦੀ ਪੂਰੀ ਮਜ਼ਹਬੀ ਤੌਰ ਦੇ ਉੱਤੇ ਵੀ ਜਜ਼ਬਾਤੀ ਤੌਰ ਦੇ ਉੱਤੇ ਵੀ ਬਹੁਤ ਜਿਹੜੀ ਆ ਇਹਨਾਂ ਦੇ ਜਿਹੜੇ ਅਸੀਂ ਕਹਿੰਦੇ ਹਾਂ ਕਿ ਕਾਲਜੇ ਵਿਰੁੰਦਰੇ ਗਏ। ਇੱਕ ਬਹੁਤ ਹੀ ਜਿਹੜੀ ਮੰਦਭਾਗੀ ਇਹ ਘਟਨਾ ਜਿਹੜੀ ਆ ਹੋਈ, ਜਿਹੜੀ ਕਿ ਰੋਕੀ ਜਾ ਸਕਦੀ ਸੀ। ਹੁਣ ਉਸ 1984 ਤੋਂ ਬਾਅਦ ਇੰਨਾ ਚਿਰ ਇਸ ਗੱਲ ਨੂੰ ਹੋ ਗਿਆ, ਅਸੀਂ ਕਹਿੰਦੇ ਹੁੰਦੇ ਕਿ ਦਰਿਆਵਾਂ ਦੇ ਪੁਲਾਂ ਦੇ ਥੱਲੋਂ ਇੰਨਾ ਪਾਣੀ ਲੰਘ ਗਿਆ। ਹੁਣ ਇਹ ਜਿਹੜਾ ਬਹੁਤ ਹੀ ਸੈਂਸਿਟਿਵ ਇਸ਼ੂ ਸੀ, ਜਿਹੜਾ ਬਹੁਤ ਹੀ ਸੰਵੇਦਨਾਸ਼ੀਲ ਇਸ਼ੂ ਹੈ, ਨੁਕਤਾ ਹੈ, ਮੁੱਦਾ ਹੈ, ਜਿਹੜਾ ਇਸ ਨੂੰ ਇਸ ਵਕਤ ਉਠਾਉਣ ਦੀ ਕੀ ਜ਼ਰੂਰਤ ਸੀ? ਹੁਣ ਜੰਮੂ ਸਾਹਿਬ ਸਵਾਲ ਇਹਦੇ ਪਿੱਛੇ ਆ ਕਿ ਇਹ ਵਕਤ ਕੀ ਆ? ਵਕਤ ਉਹ ਹੈ ਜਦੋਂ ਵੱਡੇ ਬਾਦਲ ਸਾਹਿਬ ਜਿਹੜੇ ਆ ਉਹ ਆਪਣੀ ਕਾਰਗੁਜ਼ਾਰੀ ਨਹੀਂ ਕਰ ਪਾ ਰਹੇ। ਉਹਨਾਂ ਦੇ ਉਮਰ ਦਾ ਇੱਕ ਹਰ ਆਦਮੀ ਦੇ ਇਨਸਾਨ ਦੇ ਉਮਰ ਦਾ ਇੱਕ ਤਕਾਜ਼ਾ ਹੁੰਦਾ, ਉਹ ਆਪਣੀ ਉਸ ਉਮਰ ਤੋਂ ਬਾਅਦ ਸ਼ਾਇਦ ਉਹਦੇ ਲਈ ਔਖਾ ਹੁੰਦਾ ਕੋਈ ਗੱਲ ਪਰਫਾਰਮ ਕਰਨੀ ਜਾਂ ਲੋਕਾਂ ਦੇ ਵਿੱਚ ਵਿਚਰਨਾ ਜਾਂ ਆਪਣੀ ਜਿਹੜੀ ਹੈ ਉਹ ਜੋ ਉਹਨਾਂ ਦਾ ਪ੍ਰਭਾਵ ਹੁੰਦਾ ਉਸ ਪ੍ਰਭਾਵ ਨੂੰ ਲੈ ਕੇ ਕੰਮ ਕਰਨਾ। ਇਸ ਕਰਕੇ ਅੱਜ ਜਿਹੜੇ ਹੈ ਸੁਖਬੀਰ ਬਾਦਲ ਜਿਹੜਾ ਉਹ ਪ੍ਰਧਾਨ ਹੈ, जिस वेले वो प्रधान बनया तो उस वेले अकाली दल 1 फाड़ नहीं, 2 फाड़ नहीं, 3 फाड़ नहीं, तो पता नहीं किन्ने वाल जिहड़ा वा वो फाड़ हुंदा गया। तो उस तो भी बाद अजे हालत की है इहदा भी किसी नूं पता नहीं है। पहला ब्रह्मपुरे हुणी निकले, अजनाले हुणी जिहड़ा वा वो निकले, उस तो बाद जिहड़ा वा ढिंडसे हुणी गए, तो होर अगे कतार जिहड़ी है वो ये आ रहा सी कि यह बंदे भी ਤਿਆਰੀ ਕਰ ਰਹੇ ਆ ਜਾਣ ਦੀ। ਪਰ ਕਿਉਂਕਿ ਇਹ ਕਿਸਾਨ ਅੰਦੋਲਨ ਇਸ ਤਰ੍ਹਾਂ ਦਾ ਹੋਇਆ ਜਿਹਦੇ ਵਿੱਚ BJP ਜਿਹੜੀ ਆ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਆਈਸੋਲੇਟ ਹੋਈ, ਬੁਰੀ ਤਰ੍ਹਾਂ ਦੇ ਨਾਲ ਨੰਗੀ ਹੋਈ, ਤੇ ਇਸ ਕਰਕੇ ਉਹ ਲੋਕ ਜਿਹੜੇ ਆ ਇਸ ਕਰਕੇ ਰੁਕ ਗਏ ਤੇ ਸ਼ਾਇਦ ਉਹ ਮਜਬੂਰੀ ਦੀ ਹਾਲਤ ਦੇ ਵਿੱਚ ਅਜੇ ਅਕਾਲੀ ਦਲ ਦੇ ਵਿੱਚ ਬੈਠੇ ਹੋਏ ਨੇ। ਪਰ ਇਹ ਸਮਾਂ ਜਦੋਂ ਅੱਗੇ ਅੱਗੇ ਜਾਂਦਾ ਹੈ, ਹੁਣ ਤੁਸੀਂ ਵੇਖੋ ਆਪ ਦੀ ਜਿਹੜੀ ਘਟਨਾ ਹੋਈ ਹੈ ਕਿ 3 ਆਦਮੀ ਜਿਹੜੇ ਛਾਲ ਮਾਰ ਕੇ ਚਲੇ ਗਏ, ਉਹਨਾਂ ਦਾ ਆਉਣ ਵਾਲੇ ਸਮੇਂ 'ਚ ਅਜੇ पता नहीं की हाल होना है। तो इस संदर्भ के जो मैं गल कहनी चाहना कि सियासी तौर पर ਜਿਹੜੇ ਹਾਲਾਤ ਅੱਜ ਪੰਜਾਬ ਦੇ ਵਿੱਚ ਹੈ, ਇਹ ਸਾਰਾ ਕੁਝ ਸਮਝਣ ਦੇ ਲਈ ਸਾਨੂੰ ਇਹ ਜ਼ਰੂਰੀ ਹੈ ਕਿ ਅਸੀਂ ਉਹਨਾਂ ਸਿਆਸੀ ਹਾਲਾਤਾਂ ਨੂੰ
ਅੱਜ ਸਮਝੀਏ। ਸਿਆਸੀ ਹਾਲਾਤਾਂ ਦੇ ਵਿੱਚ ਜਿਹੜਾ ਹੈ ਉਹ ਹਾਲਤ ਬਣ ਗਈ ਹੈ ਕਿ ਅਜੇ ਸੁਖਬੀਰ ਨੂੰ ਲੋਕ ਜਿਹੜੇ ਆ ਉਹ ਮੰਨਣ ਨੂੰ ਤਿਆਰ ਨਹੀਂ, ਉਹਨੂੰ ਰੈਕਗਨਾਈਜ਼ ਅਜੇ ਲੀਡਰ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ, ਜਿਹਦੇ ਵਿੱਚ ਬੜੇ ਲੀਡਰ ਜਿਹੜੇ ਆ ਟੌੜਾ, ਤਲਵੰਡੀ, ਲੌਂਗੋਵਾਲ, ਸੰਤ ਲੌਂਗੋਵਾਲ ਜੀ ਜਿਹੜੇ ਸ਼ਹੀਦ ਹੋਏ, ਮੋਹਨ ਸਿੰਘ ਤੋੜ ਤੇ ਹੋਰ ਕਿੰਨੇ ਵੱਡੇ ਲੀਡਰ ਜਿਹੜੇ ਆ ਉਹ ਪਰਸਨੈਲਿਟੀਆਂ, ਸ਼ਖਸੀਅਤਾਂ, ਮਹਾਨ ਸ਼ਖਸੀਅਤਾਂ ਰਹੀਆਂ। ਔਰ ਇਹਦਾ ਕੱਦ ਜਿਹੜਾ ਸੁਖਬੀਰ ਸਿੰਘ ਬਾਦਲ ਦਾ, ਉਹ ਕੱਦ ਉਹਨਾਂ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੈ। ਹੁਣ ਇਹ ਚਾਹੁੰਦਾ ਕੀ ਹੈ? ਬਾਠ ਸਾਹਿਬ, ਇੱਕ ਇੱਥੇ ਮੈਂ ਸਵਾਲ ਕਹਿਣਾ ਚਾਹੁੰਦਾ, ਗੱਲ ਕਰਨਾ ਚਾਹੁੰਦਾ। ਹਾਂਜੀ। ਉਹ ਇਹ ਹੈਗਾ ਕਿ ਬੇਅਦਬੀ ਕਾਂਡ ਨੂੰ ਲੋਕ ਅਜੇ ਭੁੱਲੇ ਨਹੀਂ। ਲੋਕ ਅਜੇ ਵੀ ਕਹਿੰਦੇ ਵੀ ਇਹਨਾਂ ਦੀ ਸਰਕਾਰ ਸਮੇਂ ਬੇਅਦਬੀ ਕਾਂਡ ਹੋਇਆ ਸੀ, ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਾਰੇ ਗਏ ਸੀਗੇ, ਉਹ ਵੀ ਡੇਰਾ ਸਿਰਸਾ ਦੇ ਉਹਦੇ ਤੇ ਕਰਕੇ ਹੋਇਆ ਸੀਗਾ ਕਿ ਇਹਨਾਂ ਦੀ ਡੇਰਾ ਸਿਰਸਾ ਨਾਲ ਨੇੜਤਾ ਸੀਗੀ। ਉਹ ਲੋਕਾਂ ਦੇ ਵਿੱਚ ਬੇਅਦਬੀ ਕਾਂਡ ਪ੍ਰਤੀ ਤੇ ਇਹਨਾਂ ਪ੍ਰਤੀ ਜਿਹੜਾ ਖਾਸ ਕਰਕੇ ਸੁਖਬੀਰ ਬਾਦਲ ਉਹਨਾਂ ਪ੍ਰਤੀ ਇੱਕ ਰੋਸ ਲੋਕਾਂ ਦੇ ਵਿੱਚ ਅਜੇ ਵੀ ਹੈਗਾ, ਖਾਸ ਕਰਕੇ ਸਿੱਖ ਭਾਈਚਾਰੇ ਦੇ ਅੰਦਰ। ਤੇ ਜਦੋਂ ਇਹ ਰੋਸ ਅਜੇ ਕਾਇਮ ਆ, ਕੀ ਜਿਹੜੀ 84 ਵਾਲੀ ਬੀੜ ਦਿਖਾ ਕੇ ਉਸ ਰੋਸ ਦੀ ਭਰਪਾਈ ਕੀਤੀ ਜਾ ਸਕੇਗੀ? ਜੰਮੂ ਸਾਹਿਬ, ਤੁਸੀਂ ਬਿਲਕੁਲ ਠੀਕ ਗਈ ਹੈ। ਮੈਂ ਉਹਦੀ ਬੈਕਗਰਾਊਂਡ ਦੇ ਪਿਛੋਕੜ ਜਾ ਕੇ ਇਸੇ ਗੱਲ ਦੇ ਉੱਤੇ ਜਿਹੜਾ ਵਾ ਆਉਣਾ ਚਾਹੁੰਦਾ ਸਾਂ। ਬੀਜੇਪੀ ਤੇ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਅਲੱਗ-ਅਲੱਗ ਰਸਤੇ ਜਿਹੜੇ ਹੋ ਗਏ। ਮਜਬੂਰੀ ਦੇ ਤੌਰ ਦੇ ਵਿੱਚ ਜਿਹੜੀ ਹਰਸਿਮਰਤ ਕੌਰ ਮਿਨਿਸਟਰ ਸੀ ਉਹਨਾਂ ਨੂੰ ਵੀ ਛੱਡਣਾ ਪਿਆ। ਜਿਹੜਾ ਸਭ ਤੋਂ ਵੱਡਾ ਲੰਮਾ ਸਮਾਂ ਜਿਹੜਾ ਕਹਿੰਦੇ ਆ ਕਿ ਸਾਥ ਅਲਾਇੰਸ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਸੀ, ਉਹ ਟੁੱਟਿਆ। ਆਪਣੇ ਆਪ ਨੂੰ ਬੜੀ ਜਿਹੜੇ ਆ ਉਹ ਵੱਡੀ ਆਵਾਜ਼ ਦੇ ਵਿੱਚ ਕਹਿੰਦੇ ਸੀ ਕਿ ਅਸੀਂ ਸਭ ਤੋਂ ਪੁਰਾਣੇ, ਸਾਡੀ ਸਾਂਝ ਜਿਹੜੀ ਆ ਅਸੀਂ ਅਲਾਈ ਆ ਬੀਜੇਪੀ ਦੇ। ਔਰ ਜਦੋਂ ਮੋਦੀ ਦੇ ਪਿਛਲੀਆਂ ਇਲੈਕਸ਼ਨਾਂ 'ਚ ਆਇਆ ਹੋਏਗਾ, ਤੁਹਾਨੂੰ ਯਾਦ ਹੋਏਗਾ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ, ਤੇ ਮੋਦੀ ਦੇ ਸਿਰ ਦੇ ਉੱਤੇ ਵੀ ਇਹਨਾਂ ਨੇ ਪੰਜਾਬ ਦੀ ਪੱਗ ਰੱਖੀ ਸੀ, ਜਿਹੜੀ ਉਹਨੇ ਅੱਧੇ ਮਿੰਟ 'ਚ ਲਾ ਕੇ ਤੇ ਪਾਸੇ ਕੀਤੀ। ਇਹਨਾਂ ਨੂੰ ਉਦੋਂ ਵੀ ਸ਼ਰਮ ਨਹੀਂ ਆਈ ਸੀ। ਇਸ ਕਰਕੇ ਜਿਹੜੀ ਤੁਸੀਂ ਜਾ ਰਹੇ, ਮੈਂ ਵੀ ਉਹ ਬੈਕਗਰਾਊਂਡ ਦੇ ਵਿੱਚ ਜਾ ਰਿਹਾ ਕਿ ਅੱਜ ਲੋੜ ਕੀ ਆ। ਅਜੇ ਤੱਕ ਜਿਹੜਾ ਲੋਕ ਜਿਹੜਾ ਵੀ ਇਹਨਾਂ ਨੇ ਕਾਰੇ ਕਰਵਾਏ ਨੇ, ਜਿਹਦੇ ਵਿੱਚ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀਆਂ ਬੇਅਦਬੀਆਂ ਕੀਤੀਆਂ, ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬੀੜ ਆ ਉਹਦੀ ਬੇਅਦਬੀ ਹੋਈ, ਉਹਦੇ ਵਿੱਚ ਜਿਹੜਾ ਨਾ ਇਹ ਸਜ਼ਾ ਦੇ ਸਕੇ, ਨਾ ਹੀ ਉਸ ਤੋਂ ਬਾਅਦ ਜਿਹੜਾ ਵਾ ਡੇਰੇ ਨੂੰ ਮਾਫੀ ਮੰਗਾਉਣ ਵਾਲਾ, ਡੇਰੇ ਨੂੰ ਮਾਫੀ ਮੰਗਾਉਣ ਦਾ ਤੇ ਉਹ ਲੈਟਰ ਜਿਹੜਾ ਵਾ ਉਤੋਂ ਹੋਇਆ। ਉਸ ਤੋਂ ਬਾਅਦ ਜਿਹੜੀਆਂ ਵੱਡੀਆਂ ਇਹਨਾਂ ਨੇ ਮਸ਼ਹੂਰੀਆਂ ਜਿਹੜੀਆਂ ਵਾ ਅਖਬਾਰਾਂ ਦੇ ਵਿੱਚ ਲਾਈਆਂ, ਔਰ ਜਿਹੜੇ ਕੇਸ ਹੈ ਉਹਦੇ ਖਿਲਾਫ ਜਿਹੜੇ ਬਣੇ ਸੀ ਡੇਰਾ ਸਰਸਾ ਦੇ, ਉਹ ਵਾਪਸ ਲਾਏ। ਔਰ ਡੇਰਾ ਸੱਚਾ ਸੌਦਾ ਨੇ ਇਹਨਾਂ ਦੀ ਮਦਦ ਵੀ ਜਿਹੜੀ ਆ ਉਹ ਖੁੱਲ੍ਹ ਕੇ ਉਸ ਵੇਲੇ ਕੀਤੀ ਹੈ। ਇਹ ਸਾਰਾ ਕੁਝ ਇਹਦੀ ਬੈਕਗਰਾਊਂਡ ਦੇ ਵਿੱਚ। ਹੁਣ ਕੀ ਹੈ? ਹੁਣ ਇਹਨਾਂ ਨੂੰ ਲੱਗ ਰਿਹਾ ਹੈ ਕਿ ਅਸੀਂ ਜਿਹੜੇ ਆ ਉਹ ਕੱਲ ਥਲ ਜਿਹੜੇ ਪੈ ਗਏ ਆ। ਅਸੀਂ ਇੱਕ ਜਿਹੜਾ ਵਾ ਸਾਡੀ ਜਿਹੜੀ ਹੈ ਕੋਈ ਬੇਸ ਜਿਹੜਾ ਵਾ ਉਹ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਕਾਇਮ ਨਹੀਂ ਹੈ, ਉਹ ਬੇਸ ਸਾਡਾ ਹਿੱਲਿਆ ਕਿ ਉੱਤੇ ਹੁਣ ਇਹਨਾਂ ਨੂੰ ਬੀਜੇਪੀ ਦਾ ਵੀ ਕੋਈ ਖਤਰਾ ਨਹੀਂ। ਹੁਣ ਇਸ ਗੱਲ ਦੇ ਉੱਤੇ ਆ ਰਹੇ ਕਿਸੇ ਨਾ ਕਿਸੇ ਤਰ੍ਹਾਂ ਕਿ ਕੀ ਅਸੀਂ ਜਿਹੜਾ ਇੱਕ ਵੇਲੇ ਪੰਥ ਦਾ ਨਾਰਾ ਦਿੰਦੇ ਸੀ ਅਕਾਲੀ ਦਲ ਕਿ ਪੰਥ ਖਤਰੇ ਦੇ ਵਿੱਚ, ਇਹ ਜਿਹੜਾ ਵਾ ਉਸ ਪਾਸੇ ਵੱਲ ਨੂੰ ਸਿਆਸਤ ਜਿਹੜੀ ਆ ਇੱਕ ਲਿਜਾਣ ਦੀ ਇਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਇੱਕ ਪੰਥਕ ਪਾਰਟੀ ਆ, ਤਾਂ ਕਿ ਜਿਹੜਾ ਬੇਸ, ਜਿਹੜਾ ਟ੍ਰੈਡੀਸ਼ਨਲ ਰਵਾਇਤੀ ਬੇਸ ਜਿਹੜਾ ਅਕਾਲੀ ਦਲ ਦਾ ਰਿਹਾ ਸਿੱਖਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਕਿਸਾਨੀ ਦੇ ਵਿੱਚ, ਜਿਹੜਾ ਟੁੱਟਿਆ ਪਿਛਲੇ ਸਮੇਂ 'ਚ, ਉਸ ਬੇਸ ਨੂੰ ਦੁਬਾਰਾ ਗੰਢਣ ਦਾ ਕਰਕੇ, ਉਹਨੂੰ ਜੋੜਨ ਦਾ ਕਰਕੇ ਇਹ ਚੀਜ਼ਾਂ ਜਿਹੜੀਆਂ ਵਾ ਲਿਆਂਦੀਆਂ ਜਾ ਰਹੀਆਂ। ਹੁਣ ਤੁਸੀਂ ਵੇਖੋ, ਆਪਾਂ ਨੂੰ ਸਭ ਨੂੰ ਪਤਾ, ਕੋਈ ਇਹਦੇ ਵਿੱਚ ਲੁਕੀ ਛਿਪੀ ਗੱਲ ਨਹੀਂ ਹੈ ਕਿ ਪੀਟੀਸੀ ਜਿਹੜਾ ਵਾ ਉਹ ਚੈਨਲ ਕਿਹਦਾ। ਹੁਣ ਪੀਟੀਸੀ ਦੇ ਵਿੱਚ ਕੱਲ ਸ਼ਾਮ ਨੂੰ ਇੱਕ ਬੜਾ ਲੰਮਾ ਚੌੜਾ ਜਿਹੜਾ ਪ੍ਰਾਈਮ ਟਾਈਮ, ਜਿਹਨੂੰ ਸੋ ਕਾਲਡ ਪ੍ਰਾਈਮ ਟਾਈਮ ਕਿਹਾ ਜਾਂਦਾ ਵਾ ਮੀਡੀਆ ਦੇ ਉੱਤੇ, ਉਹਦੇ ਵਿੱਚ ਬਹੁਤ ਲੰਮਾ ਚੌੜਾ ਜਿਹੜਾ ਪ੍ਰੋਗਰਾਮ ਦਿੱਤਾ, ਜਿਹਦੇ ਵਿੱਚ ਬਾਰ-ਬਾਰ ਜਿਹੜਾ ਵਾ ਉਹ ਸਾਰਾ ਕੁਝ ਦਿਖਾਇਆ ਜਾਂਦਾ ਰਿਹਾ। ਔਰ ਨਾਲ ਇਹਦੀ ਬੈਕਗਰਾਊਂਡ ਦੇ ਵਿੱਚ ਇਹ ਵੀ ਦਿਖਾਇਆ ਜਾਂਦਾ ਰਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜਾ ਕਿ ਇੱਕ ਅਦੁੱਤੀ ਖਜ਼ਾਨਾ ਸੀ ਸਿੱਖਾਂ ਦਾ, ਇਕੱਲਾ ਹੀ ਨਹੀਂ ਪੂਰੇ ਪੰਜਾਬੀਆਂ ਦਾ, ਤੇ ਪੂਰਾ ਜਿਹੜਾ ਇਤਿਹਾਸ ਹੈ ਪੰਜਾਬੀਆਂ ਦਾ, ਜਿਹੜਾ ਸਿੱਖੀ ਦਾ ਇਤਿਹਾਸ ਹੈ, ਉਹਦੀਆਂ ਜਿਹੜੀਆਂ ਵੱਡ ਮੁੱਲੀਆਂ ਇੱਕ ਅਦੁੱਤੀ ਪੁਸਤਕਾਂ ਜਿਹੜੀਆਂ, ਪੂਰਾ ਖਜ਼ਾਨਾ ਜਿਹੜਾ ਉੱਥੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਸੀ, ਜਿਹੜਾ ਕਹਿੰਦੇ ਕੁਝ ਸਾੜ ਦਿੱਤਾ ਗਿਆ ਤੇ ਕੁਝ ਜਿਹੜੀ ਆ ਆਰਮੀ ਉਹ ਲੈ ਗਈ। ਹੁਣ ਜਦੋਂ ਇਹਨਾਂ ਦਾ ਲੰਮਾ ਸਮਾਂ ਤੱਕ ਬੀਜੇਪੀ ਦੇ ਨਾਲ ਸਾਥ ਰਿਹਾ ਹੈ, ਪਹਿਲਾਂ ਵੀ ਵਾਜਪਾਈ ਪ੍ਰਧਾਨ ਰਿਹਾ, ਪਿਛਲੀ ਜਿਹੜੀ ਸਰਕਾਰ ਸੀ ਮੋਦੀ ਦੀ ਉਹਦੇ ਵਿੱਚ 5 ਸਾਲ ਭਾਈਵਾਲ ਰਹੇ, ਇਹਨਾਂ ਦੇ ਮੰਤਰੀ ਵੀ ਰਹੇ। ਉਸ ਤੋਂ ਬਾਅਦ ਜਿਹੜਾ ਲਗਭਗ 1.25 ਸਾਲ ਦੇ ਕਰੀਬ ਫੇਰ ਜਿਹੜੀ ਨਵੀਂ ਸਰਕਾਰ ਬੀਜੇਪੀ 2 ਬਣੀ, ਜਿਹਨੂੰ NDA 2 ਕਹਿੰਦੇ ਆ, ਉਹਦੇ ਵਿੱਚ ਵੀ ਇਹ ਨਾਲ। ਹੁਣ ਉਸ ਸਮੇਂ ਇਹਨਾਂ ਨੇ ਇਹ ਕਿਉਂ ਇਸ਼ੂ ਨਹੀਂ ਉਠਾਇਆ ਕਿ ਜਿਹੜਾ ਸਾਡਾ ਅਦੁੱਤੀ ਖਜ਼ਾਨਾ, ਜਿਹੜਾ ਸਾਡਾ ਦੁਰਲੱਭ ਖਜ਼ਾਨਾ ਸੀ ਸਾਡਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ,
ਉਸ ਦਾ ਜਿਹੜਾ ਲੈ ਕੇ ਗਏ ਆ, ਫੌਜ ਵਾਲੇ ਲੈ ਕੇ ਗਏ ਆ, ਕਿੱਥੇ ਗਿਆ, ਕਿਉਂ ਗਿਆ, ਕਿੱਥੇ ਪਿਆ, ਉਹ ਕਿਉਂ ਨਹੀਂ ਇਹਨਾਂ ਨੇ ਕੋਸ਼ਿਸ਼ ਕੀਤੀ। ਕਾਂਗਰਸ ਮੰਨ ਲੈਂਦੇ ਕਿ ਉਹਨਾਂ ਨੇ ਜਿਹੜਾ ਵਾ ਬਲੂ ਸਟਾਰ ਕੀਤਾ, ਉਹ ਸਿੱਖ ਵਿਰੋਧੀ ਸੀ, ਪੰਜਾਬ ਵਿਰੋਧੀ ਸੀ, ਲੈਟ ਅਸ ਐਡਮਿਟ ਡੈਟ। ਪਰ ਇਹ ਤਾਂ ਕਹਿੰਦੇ ਸੀ ਕਿ ਸਾਡਾ ਅਲਾਇੰਸ ਹੈ ਬੀਜੇਪੀ ਦੇ ਨਾਲ, ਤੇ ਇਹਨਾਂ ਨੇ ਸਾਰੀ ਟਰਮ ਦੇ ਦੌਰਾਨ ਇਹ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿ ਅਸੀਂ ਉਹ ਜਿਹੜਾ ਦੁਬਾਰਾ ਵਾਪਸ ਲੈ ਕੇ ਗਏ, ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਸਾਡਾ ਸਿੱਖੀ ਦਾ, ਸਾਡੀ ਇੱਕ ਜਿਹੜੀ ਹੈ ਉਹ ਸਾਡਾ ਸਿੱਖੀ ਦਾ ਖਜ਼ਾਨਾ, ਸਾਡੇ ਪੰਜਾਬ ਦਾ ਖਾਨਾ, ਸਾਡਾ ਵਿਰਸਾ ਇੱਕ ਹੈ, ਉਹ ਚੀਜ਼ਾਂ ਅਸੀਂ ਵਾਪਸ ਲੈ ਕੇ ਆਉਂਦੇ, ਕਿਉਂਕਿ ਉਹ ਕਦੇ ਦੁਬਾਰਾ ਜਿਹੜੀਆਂ ਉਹ ਮਿਲਣੀਆਂ ਨਹੀਂ। ਹਾਂ, ਮੈਂ ਜਿਹੜੀ ਹੁਣ ਕਨਕਲੂਡ ਕਰਦਿਆਂ ਕਹਿਣਾ ਚਾਹੁੰਦਾ ਕਿ ਇਸ ਸਾਰੇ ਸੰਦਰਭ ਦੇ ਵਿੱਚ ਇਹਨਾਂ ਦੀ ਇੱਕ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਵਾ ਸਿੱਖੀ ਜਜ਼ਬਾਤ ਦੇ ਨਾਲ, ਸਿੱਖੀ ਭਾਵਨਾਵਾਂ ਦੇ ਨਾਲ ਖੇਡ ਕੇ ਤੇ ਉਹ ਦੁਬਾਰਾ ਜਿਹੜਾ ਅਸੀਂ ਇਹ ਸ਼ੋਅ ਕਰ ਸਕੀਏ SGP ਦੇ ਰਾਹੀਂ। ਇਹਦੇ ਵਿੱਚ ਤਾਂ ਕੋਈ ਡਿਫਰੈਂਸ ਨਹੀਂ ਕਿ SGP ਤੇ ਜਿਹੜਾ ਅਕਾਲੀ ਦਲ ਆ ਇੱਕੋ ਵਨ ਐਂਡ ਦੀ ਸੇਮ ਥਿੰਗ ਹੈ। ਹੁਣ ਵਿਚਾਰੀ ਜਿਹੜੀ ਆ ਬੀਬੀ ਜਗੀਰ ਕੌਰ, ਉਹ ਕਿੱਥੇ ਜਾ ਸਕਦੀ, ਉਹਦੇ ਨਾਲ ਕੌਣ ਹੈ, ਕਿੰਨੀ ਹਾਲਤ ਦੇ ਵਿੱਚ ਉਹ ਰਹੀ, ਐਸੋਲੇਟ ਰਹੀ, ਉਹਦੇ ਉੱਤੇ ਖੁਦ ਦੇ ਉੱਤੇ ਆਪਣੇ ਨਿੱਜੀ ਤੌਰ ਦੇ ਉੱਤੇ ਜੋ ਕੁਝ ਹੋਇਆ, ਦੋਸ਼ ਉੱਤੇ ਲੱਗੇ, ਕੇਸ ਚੱਲੇ, ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ। ਪਰ ਉਹ ਮਤਲਬ ਇੰਡੀਪੈਂਡੈਂਟ ਕੁਝ ਨਹੀਂ ਕਰ ਸਕਦੀ ਹੈ, ਨਾ ਹੀ ਜਿਹੜੇ ਤਖਤਾਂ ਦੇ ਜਥੇਦਾਰ ਆ ਉਹਨਾਂ ਦੇ ਵਿੱਚ ਸਮਰੱਥਾ ਹੈ ਕਿ ਉਹ ਆਪਣੇ ਤੌਰ 'ਤੇ ਕੋਈ ਇੰਡੀਪੈਂਡੈਂਟ ਸਟੈਂਡ ਲੈ ਰੱਖਣ। ਇਹ ਇੱਕ ਪੋਲੀਟੀਕਲ ਸਟ੍ਰੈਟਜੀ ਆ, ਪੋਲੀਟੀਕਲ ਗੇਮ ਜਿਹੜੀ ਆ, ਇਹ ਇੱਕ ਪੋਲੀਟੀਕਲ ਖੇਡ ਅਕਾਲੀ ਦਲ ਖੇਡ ਰਿਹਾ SGPC ਦੇ ਰਾਹੀਂ, ਔਰ ਕੋਸ਼ਿਸ਼ ਕਰ ਰਿਹਾ ਕਿ ਸਾਡੀ ਜਿਹੜੀ ਪੰਥਕ ਜਿਹੜਾ ਸਾਡਾ ਨਾਂ ਸੀ ਕਿ ਪੰਥਕ ਆਧਾਰ ਜਿਹੜਾ ਸਾਡਾ ਸਿੱਖੀ ਦੇ ਵਿੱਚ ਜਿਹੜਾ ਸਾਡਾ ਆਧਾਰ ਹੈ, ਜਿਹੜਾ ਖੁਰਿਆ, ਉਸ ਨੂੰ ਜਿਹੜਾ ਅਸੀਂ ਦੁਬਾਰਾ ਬੰਨ ਲਈਏ, ਉਹਨੂੰ ਦੁਬਾਰਾ ਇਕੱਠਾ ਕਰ ਲਈਏ, ਅਸੀਂ ਜੋੜ ਲਈਏ ਉਹਨੂੰ ਨਾਲ, ਤਾਂ ਕਿ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ 22 ਦੀਆਂ 6 ਮਹੀਨੇ ਦੂਰ ਹੈ, ਉਹਦੇ ਵਿੱਚ ਸਾਡੀ ਕੋਈ ਨਾ ਕੋਈ ਜਿਹੜੀ ਹੈ ਉਹ ਕਾਰਵਾਈ ਪੈ ਸਕੇ। ਕਿਉਂਕਿ ਅੱਜ ਦੇ ਦਿਨ 'ਚ ਤੁਹਾਨੂੰ ਵੀ ਪਤਾ ਕਿ ਤੀਜੇ ਨੰਬਰ ਦੀ ਪਾਵਰ ਜਿਹੜੇ ਅਕਾਲੀ ਦਲ ਰਹੇ ਨੇ, ਈਵਨ ਕਿ ਮੁੱਖ ਵਿਰੋਧੀ ਪਾਰਟੀ ਵੀ ਜਿਹੜੀ ਹੈ ਪਿਛਲੀਆਂ ਚੋਣਾਂ ਦੇ ਵਿੱਚ ਆਪ ਸੀ, ਆਮ ਆਦਮੀ ਪਾਰਟੀ ਸੀ, ਇਹ ਤੀਜੇ ਨੰਬਰ 'ਤੇ ਫਾਡੀ ਸੀ। ਇਸ ਕਰਕੇ ਚਾਹੁੰਦੇ ਆ ਕਿ ਘੱਟੋ ਘੱਟ ਅਸੀਂ ਕੋਈ ਆਪਣਾ ਅਹਿਮ ਯੋਗਦਾਨ, ਅਹਿਮ ਰੋਲ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਪਾਈਏ। ਇਹ ਸਾਰੀ ਜਿਹੜੀ ਖੇਡ ਖੇਡੀ ਜਾ ਰਹੀ ਆ ਇਹਨਾਂ ਵੱਲੋਂ, ਇਹਨਾਂ ਨੂੰ ਇਸ ਕਰਕੇ ਆ ਕੋਈ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਜਿਹੜਾ ਵਾ ਪਿਆਰ ਉਹ ਨਹੀਂ ਹੈ, ਕੋਈ ਇਹਨਾਂ ਨੂੰ ਦਿਲੋਂ ਜਿਹੜੀਆਂ ਕੋਈ ਆਮ ਸਿੱਖਾਂ ਦੀਆਂ ਤਾਂ ਭਾਵਨਾਵਾਂ ਹੈ, ਜਜ਼ਬਾਤ ਹੈ, ਵਲੂੰਦਰ ਹੈ, ਇੱਕ ਬਹੁਤ ਵੱਡੀ ਜਿਹੜੀ ਸੱਟ ਵੱਜਦੀ ਸਾਡੇ ਦਿਲ 'ਤੇ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਘਟਨਾ ਉਹ ਹੁੰਦੀ ਹੈ। ਪਰ ਇਹਨਾਂ ਦਾ ਕੁਛ ਨਹੀਂ, ਇਹਨਾਂ ਦਾ ਸਿਰਫ ਸਿਆਸੀ ਇੱਕ ਖੇਡ ਜਿਹੜੀ ਹੈ ਆਪਣੇ ਆਪ ਨੂੰ ਬਚਾਉਣ ਦੇ ਲਈ, ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ, ਆਪਣੇ ਆਧਾਰ ਨੂੰ ਬਚਾਉਣ ਦੇ ਲਈ ਇਹ ਸਾਰੀ ਖੇਡ ਖੇਡੀ ਜਾ ਰਹੀ ਹੈ। ਬਾਠ ਸਾਹਿਬ, ਮੈਂ ਇੱਕ ਇੱਥੇ ਸਵਾਲ ਉੱਠਦਾ ਕਿ ਅਜੇ ਬੇਅਦਬੀ ਕਾਂਡ ਨੂੰ ਲੋਕ ਭੁੱਲੇ ਨਹੀਂ ਗਏ। ਬਿਲਕੁਲ, ਉਹ ਇਹਨਾਂ ਦੀ ਰਾਜ ਸੱਤਾ ਵੇਲੇ ਹੋਇਆ, ਰਾਜ ਭਾਗ ਵੇਲੇ ਹੋਇਆ। ਬਿਲਕੁਲ ਹੋਇਆ। ਜਦੋਂ ਉਹ ਮਾਮਲਾ ਅਜੇ ਉੱਥੇ ਸਟੈਂਡ ਕਰਦਾ, ਉਹਨਾਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਜਾਬ ਦੇ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ। ਇਹ ਵੀ ਹੈਗਾ ਵੀ 1 ਜੁਲਾਈ ਤੋਂ ਇੱਕ ਮੋਰਚਾ ਵੀ ਲੱਗ ਸਕਦਾ, ਜਿਹੜਾ ਕਿ ਪਿਛਲੇ ਦਿਨੀ ਐਲਾਨ ਹੋਇਆ 1 ਜੂਨ ਨੂੰ। ਜੇ ਉਹ ਮੋਰਚਾ ਲੱਗਦਾ ਤਾਂ ਮਾਮਲਾ ਉਵੇਂ ਦਾ ਉਵੇਂ ਪਹਿਲਾਂ ਦੀ ਤਰ੍ਹਾਂ ਜਿਉਂਦਾ ਜਾਗਦਾ ਰਹਿੰਦਾ, ਤਾਂ ਉਸ ਸਥਿਤੀ ਦੇ ਵਿੱਚ ਅਕਾਲੀ ਦਲ ਨੂੰ ਇਹ ਮਾਮਲਾ ਉਠਾਉਣਾ, ਜਿਹਨੂੰ ਪੁੱਠਾ ਨਹੀਂ ਪੈ ਸਕਦਾ, ਜਿਹਨੂੰ ਅਸੀਂ ਬੂਮਰੈਂਗ ਕਹਿੰਦੇ ਹਾਂ, ਇਹ ਬੂਮਰੈਂਗ ਨਹੀਂ ਕਰ ਸਕਦਾ। ਦੇਖੋ ਜੀ ਜੰਮੂ ਸਾਹਿਬ, ਆਪਣੀ ਕਹਾਣੀ ਹੈ ਕਿ ਤੁਸੀਂ ਜਦੋਂ ਜੂਆ ਖੇਡਦੇ ਹੋ ਨਾ ਤਾਂ ਉਦੋਂ ਪੋਸੀਬਿਲਿਟੀਆਂ ਦੋਨੋਂ ਹੁੰਦੀਆਂ, ਜਾਂ ਤਾਂ ਤੁਸੀਂ ਜੋ ਕੁਝ ਹੈਗਾ ਵਾ ਹਾਰ ਸਕਦੇ ਹੋ, ਤੇ ਜਾਂ ਤੁਸੀਂ ਜਿਹੜਾ ਵਾ ਉਹ ਬਹੁਤ ਵੱਡਾ ਉਹਦੇ 'ਚੋਂ ਜਿੱਤ ਸਕਦੇ ਹੋ। ਜੂਏ ਦੇ ਵਿੱਚ ਜਿਹੜਾ ਵਾ ਜਾਂ ਲਾਟਰੀ, ਜਦੋਂ ਅਸੀਂ ਕਹਿੰਦੇ ਹਾਂ ਕਿ ਥੋੜ੍ਹੇ ਜਿਹਾ ਬੰਦਾ ਹੀ ਪੈਸੇ ਲਾਉਂਦਾ, ਜਾਂ ਤਾਂ ਉਹਦੇ ਥੋੜ੍ਹੇ ਪੈਸੇ ਹਾਰ ਜਾਂਦੇ, ਤੇ ਜੇ ਜਿੱਤਦਾ ਤਾਂ ਬਹੁਤ ਵੱਡੀ ਉਹਦੀ ਜਿੱਤ ਹੁੰਦੀ ਹੈ। ਇਹ ਅਕਾਲੀ ਦਲ ਇਸ ਵੇਲੇ ਇਹਦੇ ਕੋਲ ਹੋਰ ਕੋਈ ਰਸਤਾ ਨਹੀਂ ਹੈ ਸਿਵਾਏ ਇੱਕ ਜੂਆ ਖੇਡਣ ਦੇ। ਇਹ ਕੋਸ਼ਿਸ਼ ਕਰ ਰਿਹਾ ਕਿ ਅਸੀਂ ਜਿਹੜਾ ਵਾ ਪੰਜਾਬ ਦਾ ਸਿੱਖ ਭਾਵਨਾਵਾਂ ਦਾ, ਹਲਕਿਆਂ ਦਾ, ਅਸੀਂ ਜਿਹੜਾ ਵਾ ਧਿਆਨ ਉੱਧਰੋਂ ਹਟਾ ਕੇ ਅਸੀਂ ਇਸ ਪਾਸੇ ਵੱਲ ਖਿੱਚੀਏ। ਦੇਖੋ ਅਸੀਂ ਜੋ ਕੀਤਾ ਉਹ ਤਾਂ ਕੋਈ ਗੱਲ ਨਹੀਂ, ਉਹ ਤਾਂ ਜੇ ਕੇਸ ਚੱਲ ਰਹੇ ਆ ਉਹਦੇ ਵਿੱਚ ਤਾਂ 100 ਗੱਲਾਂ ਕਹਿ ਰਹੇ ਆ ਕਿ ਜਿਹੜੀ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਉਹ ਵੀ ਹਾਈ ਕੋਰਟ ਨੇ ਖਤਮ ਕਰਤੀ। ਨਾ ਤਾਂ ਉਹਦੇ 'ਚ ਵੱਡਾ ਬਾਦਲ ਜਿਹੜਾ ਦੋਸ਼ੀ ਅਜੇ ਤੱਕ ਪਾਇਆ ਕਿ ਉਹਦੇ ਖਿਲਾਫ ਚਾਰਜਸ਼ੀਟ ਹੈ, ਨਾ ਹੀ ਛੋਟੇ ਬਾਦਲ ਦੇ ਖਿਲਾਫ ਜਿਹੜੀ ਹੈ ਕੋਈ ਚਾਰਜਸ਼ੀਟ ਹੈ। ਇਸ ਕਰਕੇ ਸਾਡੇ ਖਿਲਾਫ ਤਾਂ ਉਹਦੇ ਵਿੱਚ ਕੋਈ ਚੀਜ਼ ਹੈ ਹੀ ਨਹੀਂ। ਇਹ ਕੋਸ਼ਿਸ਼ ਇਹਨਾਂ ਦੀ ਹੈ, ਇੱਕ ਗਿਣੀ ਮਿਥੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਦਾ ਉੱਧਰੋਂ ਧਿਆਨ ਜਿਹੜਾ ਵਾ ਪਾਸੇ ਕਰਕੇ ਇਸ ਇਸ਼ੂ ਦੇ ਉੱਤੇ ਲੈ ਗਏ ਕਿ ਵੇਖੋ ਇਹ 84 ਦਾ ਜਿਹੜਾ ਇਸ਼ੂ ਸੀ ਇਹ ਬਹੁਤ ਮਾੜਾ ਹੋਇਆ ਸੀ। ਵੀ ਅਸੀਂ ਕੌਣ ਕਹਿੰਦਾ ਵਾ ਇਸ ਗੱਲ ਨੂੰ ਡਿਫੈਂਡ ਕਰਦਾ ਕਿ 84 ਦਾ ਜਿਹੜਾ ਕਾਂਡ ਸੀ, ਨੀਲਾ ਤਾਰਾ ਕਾਂਡ ਸੀ, ਬਹੁਤ ਮਾੜਾ ਹੋਇਆ। ਪਰ ਇਹ ਤੁਸੀਂ ਦੱਸੋ ਕਿ ਤੁਸੀਂ ਜਿਹੜਾ ਵਾ ਇਹ ਕੁਝ ਜਿਹੜਾ ਤੁਹਾਡੇ ਸਮੇਂ 'ਚ ਹੋਇਆ ਉਹਦੇ ਜਵਾਬ ਦੇ ਤੁਸੀਂ ਜੇ ਉਹਦੇ ਬਾਰੇ ਤੁਸੀਂ ਖੁਦ ਚਾਨਣਾ ਪਾਓ।
ਹਾਂਜੀ ਬਾਟ ਸਾਹਿਬ, ਇੱਕ ਪਬਲਿਕ ਪਰਸੈਪਸ਼ਨ ਹੁੰਦੀ ਹੈ। ਪਬਲਿਕ ਪਰਸੈਪਸ਼ਨ ਦੇ ਵਿੱਚ ਤਾਂ ਇਹ ਮੰਨਿਆ ਜਾ ਰਿਹਾ ਹੈ, ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੈਗੀ ਕਿ ਇਹਨਾਂ ਦੇ ਸਮੇਂ ਹੋਇਆ ਡੇਰਾ ਦੇ ਨਾਲ ਨੇੜਤਾ ਕਰਕੇ ਇਹਨਾਂ ਦੀ ਸ਼ਮੂਲੀਅਤ ਜਾਂ ਇਹਨਾਂ ਦਾ ਦੋਸ਼ ਹੈ। ਇਹ ਪਬਲਿਕ ਪਰਸੈਪਸ਼ਨ ਆ। ਇਹ ਵੱਖਰੀ ਗੱਲ ਆ, ਕੋਰਟ ਕੀ ਫੈਸਲਾ ਕਰਦੀ ਹੈ, ਕਿਸੇ ਨੂੰ ਸਜ਼ਾ ਦਿੰਦੀ ਨਹੀਂ ਦਿੰਦੀ, ਜਾਂ ਕਦੋਂ ਸਜ਼ਾ ਹੋਏਗੀ, ਕਿਉਂਕਿ ਅਜੇ ਤਾਂ ਸਾਰਾ ਮਾਮਲਾ ਪਹਿਲੇ ਮੁੱਢਲੇ ਦੌਰ ਦੇ ਵਿੱਚ ਹੈ। ਸਜ਼ਾ ਹੁੰਦੀ ਵੀ ਕਿ ਨਹੀਂ ਹੁੰਦੀ ਇਹ ਅਗਲਾ, ਪਰ ਪਬਲਿਕ ਪਰਸੈਪਸ਼ਨ ਤਾਂ ਇਹਨਾਂ ਨੂੰ ਮੰਨਿਆ ਜਾ ਰਿਹਾ ਨਾ ਵੀ ਇਹਨਾਂ ਦਾ ਕੋਈ ਨਾ ਕੋਈ ਕਸੂਰ ਹੈਗਾ ਇਸ ਜੰਮੂ ਸਾਹਿਬ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਪਬਲਿਕ ਪਰਸੈਪਸ਼ਨ ਜਿਹੜੀ ਹੈ ਨਾ, ਜੋ ਲੋਕਾਂ ਦੀ ਸੋਚ ਹੈ, ਲੋਕਾਂ ਨੇ ਸੋਚ ਤਾਂ ਆਪਣੀ ਪਿਛਲੀਆਂ ਇਲੈਕਸ਼ਨਾਂ 4.5 ਸਾਲ ਪਹਿਲਾਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਸੀ ਉਹਦੇ ਵਿੱਚ ਦਿਖਾ ਦਿੱਤੀ ਸੀ ਕਿ ਉਹਨਾਂ ਨੇ ਅਕਾਲੀ ਦਲ ਨੂੰ, ਹਾਲਾਂਕਿ ਉਸ ਵੇਲੇ ਵੱਡਾ ਬਾਦਲ ਚੀਫ ਮਿਨਿਸਟਰ ਸੀ, ਉਹਦੀ ਗੱਲ ਵੀ ਸੁਣੀ ਜਾਂਦੀ ਸੀ, ਲੋਕਾਂ ਦੇ ਵਿੱਚ ਆਦਰ ਮਾਣ ਵੀ ਸੀ ਉਹਦਾ, ਤੇ ਉਸ ਵੇਲੇ ਉਹਦੀ ਅਗਵਾਈ ਦੇ ਵਿੱਚ ਇਲੈਕਸ਼ਨਾਂ ਲੜੇ ਸੀ। ਉਸ ਵੇਲੇ ਬੀਜੇਪੀ ਵੀ ਇਹਨਾਂ ਦੇ ਨਾਲ ਸੀ। ਉਹਨਾਂ ਹਾਲਤਾਂ ਦੇ ਵਿੱਚ ਵੀ ਲੋਕਾਂ ਨੇ ਇਹਨੂੰ ਐਸ ਕਰਕੇ ਜਿਹੜਾ ਵਾ ਨਕਾਰ ਦਿੱਤਾ। ਵੱਡਾ ਮੁੱਦਾ ਇਹ ਬਚਿਆ ਸੀ ਕਿ ਜਿਹੜੇ ਆਪਣੇ ਆਪ ਨੂੰ ਪੰਥਕ ਹਤੈਸ਼ੀ ਅਖਵਾਉਣ ਵਾਲੀ ਪਾਰਟੀ ਹੈ, ਉਹਦੇ ਰਾਜ ਦੇ ਅੰਦਰ ਇਹ ਜਿਹੜਾ ਚੀਜ਼ ਹੈ ਉਹ ਹੋਈ ਹੋਵੇ ਤਾਂ ਇੱਕ ਬਹੁਤ ਮੰਦਭਾਗੀ ਹੈ। ਇਸ ਕਰਕੇ ਅਜੇ ਲੋਕ ਜਿਹੜੇ ਉਸ ਗੱਲ ਨੂੰ ਭੁੱਲੇ ਨਹੀਂ। ਮੈਂ ਨਹੀਂ ਕਹਿ ਰਿਹਾ ਕਿ ਜੇ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਨਹੀਂ ਹੋਈ, ਅਦਾਲਤ ਨੇ ਸਜ਼ਾ ਨਹੀਂ ਹੋਈ, ਤੇ ਉਹ ਜਿਹੜਾ ਵਾ ਫਾਰਗ ਹੋ ਗਏ ਜਾਂ ਉਹ ਬੇਦੋਸ਼ੇ ਜਿਹੜੇ ਆ ਉਹ ਸਿੱਧ ਹੋ ਗਏ। ਇਹੋ ਜਿਹੀ ਜਿਹੜੀ ਆ ਮੇਰੀ ਪਰਸੈਪਸ਼ਨ ਨਾ ਹੀ ਮੈਂ ਇਹ ਜਿਹੜੀ ਗੱਲ ਕਹਿ ਰਿਹਾ। ਮੈਂ ਸਿਰਫ ਕਹਿ ਰਿਹਾ ਕਿ ਇਹਨਾਂ ਦੀ ਇੱਕ ਕੋਸ਼ਿਸ਼ ਇਹ ਆ ਕਿ ਅਸੀਂ ਵੇਖੋ ਇਹ ਇਸ਼ੂ ਜਿਹੜਾ ਵਾ ਪੰਥਕ, ਜਦੋਂ ਪੰਥ ਨੂੰ ਖਤਰਾ ਕਿਹਾ ਜਾਂਦਾ ਸੀ ਤੇ ਉਹ ਸਾਰੇ ਉਸ ਨੂੰ ਲਿਆ ਕੇ ਇਸ਼ੂ ਦੇ ਵਿੱਚ ਸਿੱਖੀ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਕਿ ਸਾਡੀ ਅੱਜ ਹੋਣ ਦਾ ਖਤਰਾ ਵਾ, ਸਾਡੇ ਨਾਲ ਪਿਛਲੇ ਸਮੇਂ 'ਚ ਬਹੁਤ ਨਿਆਂ ਪੰਜਾਬ ਦੇ ਨਾਲ ਜਾਂ ਸਿੱਖੀ ਦੇ ਨਾਲ ਹੁੰਦਾ ਰਿਹਾ, ਤੇ ਸੈਂਟਰ ਦੀ ਜਿਹੜੀ ਸਰਕਾਰਾਂ ਸੀ ਪਹਿਲਾਂ ਖਾਸ ਕਰਕੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਸੀ ਕਿ ਉਹ ਸਾਡੇ ਵਿਰੋਧੀ ਰਹੀ ਹੈ ਤੇ ਸਾਡੇ ਨਾਲ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੁੰਦੀਆਂ ਰਹੀਆਂ। ਉਸੇ ਸੰਦਰਭ ਦੇ ਵਿੱਚ ਇਹ ਇੱਕ ਉਹਨਾਂ ਦੀ ਕੋਸ਼ਿਸ਼ ਹੈ। ਮੈਂ ਨਹੀਂ ਕਹਿ ਰਿਹਾ ਕਿ ਇਹਦੇ ਵਿੱਚ ਉਹ ਕਾਮਯਾਬ ਹੋਣਗੇ, ਪਰ ਇੱਕ ਉਹਨਾਂ ਦੀ ਫੁਟਾਈਲ ਐਕਸਰਸਾਈਜ਼ ਜਿਹਨੂੰ ਕਹਿ ਲਈਏ, ਇੱਕ ਨਾਕਾਮਯਾਬ ਕਰਨ ਦੀ ਕੋਸ਼ਿਸ਼ ਹੈ ਕਿ ਅਸੀਂ ਸ਼ਾਇਦ ਲੋਕਾਂ ਦਾ ਧਿਆਨ ਉਸ ਪਾਸੇ ਵੱਲ ਨੂੰ ਜਿਹੜਾ ਵਾ ਉਹ ਹਟਾ ਕੇ ਉਸ ਪਾਸੇ ਵੱਲ ਤੋਂ ਹਟਾ ਕੇ ਤੇ ਅਸੀਂ ਆਪਣੀ ਕੋਈ ਪੈਂਟ ਜਿਹੜੀ ਬਣਾ ਸਕੀਏ, ਅਸੀਂ ਕੋਈ ਆਪਣਾ ਆਧਾਰ ਜਿਹੜਾ ਵਾ ਉਹ ਬਣਾ ਸਕੀਏ। ਇੱਕ ਕੋਸ਼ਿਸ਼ ਉਹ ਕਰ ਰਹੇ ਨੇ। ਤੇ ਇਸ ਸਥਿਤੀ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਕੋਈ ਫਾਇਦਾ ਹੋਣ ਦੀ ਕੋਈ ਪੋਸੀਬਿਲਿਟੀ ਹੈ? ਤੇ ਇਸੇ ਦੌਰਾਨ ਜਿਹੜੀ ਪੰਜਾਬ ਦੀ ਹਾਲਤ ਹੈ, ਇਹ ਜਿਹੜੀ ਕਾਂਗਰਸ ਪਾਰਟੀ ਆ, ਇਹ ਵੀ ਉਸ ਮਾਮਲੇ ਦੇ ਉੱਪਰ ਅਜੇ ਤੱਕ ਬਹੁਤਾ ਕੁਝ ਨਹੀਂ ਕਰ ਸਕੀ। ਸਿੱਟ ਬਣ ਗਈ ਦੁਬਾਰਾ, ਉਹ ਜਲਦੀ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਗਵਾਈਆਂ ਕਰ ਰਹੀ ਹੈ। ਤੁਹਾਨੂੰ ਲੱਗਦਾ ਵੀ ਇਹਦਾ ਅਸਰ ਜਿਹੜਾ ਕਾਂਗਰਸ ਪਾਰਟੀ ਤੇ ਵੀ ਪਏਗਾ? ਜੰਮੂ ਸਾਹਿਬ, ਪੰਜਾਬ ਦੇ ਲੋਕਾਂ ਦੀ ਜਿਹੜੀ ਤੁਸੀਂ ਪਹਿਲੀ ਪਰਸੈਪਸ਼ਨ ਦਿੱਤੀ ਆ, ਪੰਜਾਬ ਦੇ ਲੋਕਾਂ ਦੀ ਦੂਜੀ ਪਰਸੈਪਸ਼ਨ ਵੀ ਹੈ। ਉਹਦੇ ਵਿੱਚ ਇਹ ਪਰਸੈਪਸ਼ਨ ਵੀ ਹੈ ਕਿ ਇਹ ਬਾਦਲ ਔਰ ਕੈਪਟਨ ਜਿਹੜਾ ਵਾ ਆਪਸ ਵਿੱਚ ਰਲੇ ਹੋਏ ਨੇ। ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਣ, ਉਹਦੇ ਵਿੱਚ ਜਿਹੜਾ ਵਾ ਪੂਰਾ ਅਕਾਲੀ ਦਲ ਤੇ ਬੀਜੇਪੀ ਵਗੈਰਾ ਨੂੰ ਜਿਹੜਾ ਵਾ ਉਹ ਬਹੁਤ ਵੱਡਾ ਨੁਕਸਾਨ ਹੋਵੇ। ਪਰ ਇਹ ਕਿਵੇਂ ਹੋਵੇ ਕਿ ਸਿਰਫ ਜਿਹੜਾ ਸੁਖਬੀਰ ਬਾਦਲ ਤੇ ਉਹਦੀ ਘਰ ਵਾਲੀ ਇਹ ਦੋਨੋਂ ਜਿੱਤ ਜਾਣ, ਉਹ ਵੀ ਬਠਿੰਡੇ ਦੇ ਵਿੱਚੋਂ ਜਿੱਥੇ ਇਹਨਾਂ ਦੇ ਵੱਡੇ ਲੀਡਰ ਪਏ ਨੇ, ਤੇ ਉਹ ਵੀ ਫਿਰੋਜ਼ਪੁਰ ਦੇ ਵਿੱਚੋਂ, ਜਿਹੜਾ ਇੱਕ ਹਮੇਸ਼ਾ ਹੀ ਇੱਕ ਜਿਹੜਾ ਵਾ ਖਾਸ ਤੌਰ ਦੇ ਉੱਤੇ ਕਾਂਗਰਸੀਆਂ ਦਾ ਬਹੁਤ ਵੱਡਾ ਗੜ੍ਹ ਜਿਹੜਾ ਵਾ ਉਹ ਰਿਹਾ ਹੋਵੇ। ਤੇ ਉਹਦੇ ਤੋਂ ਇਲਾਵਾ ਵੀ ਜਦੋਂ ਜਿਹੜਾ ਵਾ ਇਹਨਾਂ ਦੋਨਾਂ ਨੂੰ ਕਿਸੇ ਨੂੰ ਦੋਸ਼ੀ ਨਾ ਠਹਿਰਾਇਆ ਗਿਆ ਹੋਵੇ ਤੇ ਨਾ ਹੀ ਸਰਸੇ ਵਾਲੇ ਬਾਬੇ ਨੂੰ। ਤੁਸੀਂ ਵੇਖੋ ਇਹ ਸਾਰੇ ਕੁਝ ਦੇ ਵਿੱਚ ਲੋਕਾਂ ਨੂੰ ਬਿਲਕੁਲ ਇਹ ਪਰਸੈਪਸ਼ਨ ਕਲੀਅਰ ਹੈ ਕਿ ਚਾਹੇ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਜਿਹੜਾ ਇਹਨਾਂ ਨੇ ਇਨਵੈਸਟੀਗੇਸ਼ਨ ਲਾਇਆ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਨੇ ਦੇਖੋ ਆਪਣੇ 3 ਸਾਲ ਦੇ ਕਰੀਬ ਜਿਹੜਾ ਉਹਨਾਂ ਨੇ ਇਨਵੈਸਟੀਗੇਸ਼ਨ ਕੇਸ ਦੀ ਕੀਤੀ, ਉਹਨੇ ਜਿਹੜਾ ਕੋਈ ਆਪਣੀ ਇਮਾਨਦਾਰੀ ਦੇ ਨਾਲ ਇਹ ਜੁਰਤ ਨਹੀਂ ਕੀਤੀ ਹੈ ਕਿ ਅਸੀਂ ਜਿਹੜਾ ਸਰਸੇ ਵਾਲੇ ਬਾਬੇ ਨੂੰ ਜਿਹੜਾ ਉਹ ਕੁਇਜ਼ ਕਰ ਸਕੀਏ, ਉਹਦੀ ਇਨਵੈਸਟੀਗੇਸ਼ਨ ਕਰ ਸਕੀਏ ਕਿ ਉਹਦਾ ਕੀ ਰੋਲ ਸੀ। ਹੁਣ ਤੁਸੀਂ ਜੰਮੂ ਸਾਹਿਬ ਆ ਵੇਖ ਲਓ ਵੀ ਹੁਣ ਪਿਛਲੇ ਸਮੇਂ ਦੇ ਵਿੱਚ 4-5 ਜਿਹੜੇ ਇਹਨਾਂ ਨੇ ਸਰਸੇ ਦੇ ਚੇਲੇ ਉੱਥੇ 5-6 ਜਿਹੜੇ ਪਹਿਲਾਂ ਫੜੇ ਸੀ ਉਹ ਦੁਬਾਰਾ ਜਿਹੜੇ ਆ ਫਿਰ ਫੜੇ ਗਏ। ਪਰ ਸੁਖਬੀਰ ਬਾਦਲ ਜਿਹੜਾ ਕਿ ਉਸ ਵੇਲੇ ਹੋਮ ਮਿਨਿਸਟਰ ਸੀ, ਜਿਹਦੀ ਕਿ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਬਣਦੀ ਹੈ, ਜਿਹਦੀ ਕਿ ਇਹ ਸੀ ਕਿ ਇਹਨੇ ਜਿਹੜੇ ਸਰਸੇ ਵਾਲੇ ਬਾਬੇ ਦੇ ਖਿਲਾਫ ਜਿਹੜੇ ਕੇਸ ਸੀ, ਸਾਧ ਦੇ ਖਿਲਾਫ ਉਹ ਕੇਸ ਜਿਹੜੇ ਆ ਉਹਨੇ ਵਾਪਸ ਲਏ, ਉਹਦਾ ਮਾਫੀਨਾਮਾ ਕਰਾਉਣ ਦੀ ਜਿਹੜੀ ਗੱਲ ਹੈ ਉਹ ਉੱਥੋਂ ਤੱਕ ਲੈ ਕੇ ਗਿਆ। ਪਰ ਇਹ ਜਿਹੜੀ SIT ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ, ਨਾ ਤਾਂ ਉਹਨੂੰ ਦੋਸ਼ੀ ਬਣਾਇਆ ਗਿਆ ਤੇ ਨਾ ਹੀ ਜਿਹੜਾ ਵਾ ਸਰਸੇ ਵਾਲੇ ਸਾਧ ਤੱਕ ਪਹੁੰਚ ਕੀਤੀ ਗਈ। ਹੁਣ ਕੀ ਸੰਭਵ ਹੈ ਕਿ ਪੰਜਾਬ ਗਵਰਨਮੈਂਟ ਦੀ ਜੇ ਉਹਨਾਂ ਨੂੰ ਕੋਈ ਉਹਨੂੰ ਬੈਕ ਨਾ ਹੁੰਦੀ ਤਾਂ ਉਹਦੇ ਵਿੱਚ ਜ਼ਰੂਰਤ ਇਹ ਸੀ ਕਿ ਜਿਹੜਾ ਸਭ ਤੋਂ ਵੱਡਾ ਜਿਹਦਾ
ਜਿਹਦੇ ਵੱਲ ਉਂਗਲ ਉੱਠ ਰਹੀ ਹੈ ਉੱਥੋਂ ਤੱਕ ਇਹਨਾਂ ਦੀ ਇਨਵੈਸਟੀਗੇਸ਼ਨ ਨਾ ਪਹੁੰਚ ਸਕੀ ਹੋਵੇ। ਇੱਕ ਗੱਲ ਜ਼ਰੂਰ ਹੋਈ, ਉਹਦੇ ਵਿੱਚ ਇਹਨਾਂ ਕਿਹਾ ਵੀ ਜੋ ਬੇਅਦਬੀ ਦਾ ਕਾਂਡ ਹੋਇਆ ਨਾ, ਉਹਦੇ 'ਚ ਮੁੱਖ ਸਾਜ਼ਿਸ਼ਕਾਰੀ ਜਿਹੜਾ ਡੇਰਾ ਮੁਖੀ ਹੈ। ਬਿਲਕੁਲ ਠੀਕ ਹੈ, ਇਹੀ ਉਹਦਾ ਨਾਂ ਆਉਂਦਾ ਰਿਹਾ ਨਾ। ਹੁਣ ਸਾਰੇ ਕੁਝ ਦੇ ਵਿੱਚ ਜਿਹੜਾ ਵਾ ਉਹਦਾ ਨਾਂ ਆਉਂਦਾ ਰਿਹਾ ਕਿ ਜਿਹੜਾ ਸਭ ਤੋਂ ਜਿਹਨੂੰ ਅਸੀਂ ਨਾ ਲੀਗਲ ਟਰਮਸ ਦੇ ਵਿੱਚ, ਕਾਨੂੰਨੀ ਭਾਸ਼ਾ ਦੇ ਵਿੱਚ ਕਹਿੰਦੇ ਹਾਂ, ਮੁੱਖ ਦੋਸ਼ੀ, ਜਿਹੜਾ ਸਭ ਕੁਝ, ਚਾਹੇ ਉਹਦੀ ਆਪ ਸ਼ਮੂਲੀਅਤ ਨਹੀਂ ਹੈ, ਜਿਹੜਾ ਸਭ ਕੁਝ ਖੁਦ ਪਿੱਛੋਂ ਜਿਹੜਾ ਵਾ ਉਹ ਕਰਵਾ ਰਿਹਾ ਹੋਵੇ। ਜਿਵੇਂ ਤੁਸੀਂ ਵੇਖਿਆ ਕਿ ਬਹੁਤ ਸਾਰੇ ਕੇਸ ਹੁੰਦੇ ਆ ਜਿਹਦੇ ਵਿੱਚ ਕੈਨੇਡਾ, ਅਮਰੀਕਾ ਜਾਂ ਕਿਤੇ ਬਾਹਰਲੇ ਦੇਸ਼ਾਂ 'ਚ ਬੰਦਾ ਬੈਠਾ ਹੈ, ਪਰ ਸੂਤਰਧਾਰ ਉਹੀ ਹੈ, ਸਾਰਾ ਕੁਝ ਕੰਟਰੋਲ ਉਹਦੇ ਵਿੱਚ ਹੈ, ਚਾਹੇ ਉਹ ਆਪ ਉੱਥੇ ਪ੍ਰੈਜ਼ੈਂਸ ਹੈ ਚਾਹੇ ਨਹੀਂ ਹੈ, ਪਰ ਉਹ ਸਾਰਾ ਕੁਝ ਕਰਵਾ ਰਿਹਾ। ਇਸੇ ਤਰ੍ਹਾਂ ਇਹ ਉਂਗਲ ਇੱਧਰ ਵੀ ਉੱਠਦੀ ਰਹੀ ਹੈ। ਪੰਜਾਬ ਦੇ ਲੋਕਾਂ ਦੀ ਇਹ ਪਰਸੈਪਸ਼ਨ, ਇਹ ਸੋਚ ਰਹੀ ਆ ਕਿ ਇਹ ਸਾਰੇ ਕੁਝ ਦੇ ਪਿੱਛੇ ਜਿਹੜਾ ਵਾ ਉਹ ਸਰਸੇ ਵਾਲੇ ਸਾਧ ਦਾ ਜਿਹੜਾ ਹੱਥ ਸੀ, ਪਰ ਉਹਦੇ ਤੱਕ ਅਜੇ ਤੱਕ ਇਹ ਜਿਹੜੇ ਆ ਨਾ ਹੀ ਪਹਿਲੀ SIT ਤੇ ਨਾ ਹੀ ਦੂਜੀ SIT ਜਿਹੜੀ ਇਹਨੇ ਸਾਰੇ ਕੇਸਾਂ ਦੇ ਵਿੱਚ ਉਹਦੇ ਤੱਕ ਪਹੁੰਚ ਸਕੀ ਹੈ। ਇਸ ਕਰਕੇ ਇਹ ਲੱਗ ਰਿਹਾ ਕਿ ਇਹਨਾਂ ਦੀ ਜਿਹੜੀ ਆ ਅਕਾਲੀ ਦਲ ਦੀ ਜਾਂ ਸੁਖਬੀਰ ਬਾਦਲ ਐਂਡ ਕੰਪਨੀ ਤੇ ਅਮਰਿੰਦਰ ਦੀ ਕਿਤੇ ਨਾ ਕਿਤੇ ਅੰਡਰਸਟੈਂਡਿੰਗ ਹੈ, ਭਾਈ ਨਾ ਤੂੰ ਮੈਨੂੰ ਕੁਝ ਕਵੀਂ ਤੇ ਨਾ ਮੈਂ ਤੈਨੂੰ ਕੁਝ ਕਵਾਂਗਾ। ਜਦੋਂ ਤੇਰੀ ਜਿਹੜੀ ਆ ਤੇ ਉਹ ਟੀਮ ਜਿੱਤਦੀ ਹੋਈ ਤੇ ਤੂੰ ਆਪਦਾ ਜੋ ਮਰਜ਼ੀ ਕਰ, ਤੇ ਜਦੋਂ ਮੈਂ ਜਿੱਤ ਗਿਆ ਤੇ ਮੈਂ ਜੋ ਮਰਜ਼ੀ ਕਰਾਂ। ਇਸੇ ਤਰ੍ਹਾਂ ਦੇ ਨਾਲ ਕੇਸ ਜਿਹੜਾ ਕ੍ਰਿਮੀਨਲ ਕੇਸ ਲੁਧਿਆਣੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸੀ, ਉਹਦੇ ਵਿੱਚ ਵੀ ਜਿਹੜਾ ਇਹੀ ਹੋਇਆ। ਇਹਨੂੰ ਜਿਹੜਾ ਸੁਖਬੀਰ ਬਾਦਲ ਤੱਕ ਜਾਂ ਇਹਦੇ ਬੰਦਿਆਂ ਤੱਕ ਜਿਹੜੀ ਕੋਈ ਪਹੁੰਚ ਨਹੀਂ ਕੀਤੀ ਗਈ SIT ਨੇ। ਇਸ ਕਰਕੇ ਇਹ ਵੀ ਹੈ ਕਿ ਇੱਕ ਫਰੈਂਡਲੀ ਮੈਚ ਜਿਹੜਾ ਵਾ ਉਹ ਖੇਡ ਰਹੇ ਨੇ। 4 ਮਹੀਨੇ 5 ਮਹੀਨੇ ਜੰਮੂ ਸਾਹਿਬ ਰਹਿ ਗਏ ਨੇ, ਉਹਦੇ ਵਿੱਚ ਦੇਖਿਓ, ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਬਹੁਤ ਔਖਾ ਵਾ ਕਿ ਇਹ ਜਿਹੜਾ ਕੇਸ ਹੈ ਆਪਣੇ, ਜਿਹਨੂੰ ਅਸੀਂ ਕਹਿੰਦੇ ਆ ਇਹ ਬੇਅਦਬੀ ਕੇਸ ਜਿੰਨੇ ਵੀ ਆ, ਇਹ ਆਪਣੇ ਲੌਜੀਕਲ ਕਨਕਲੂਜਨ ਤੱਕ ਉਹ ਪਹੁੰਚ ਸਕਣ। 7 ਸਾਲ ਦੇ ਕਰੀਬ ਜਿਹੜੇ ਆ ਦੇਖੋ ਇਹਨਾਂ ਘਟਨਾਵਾਂ ਨੂੰ 15 ਚ ਹੋਇਆ ਸੀਗਾ ਜੀ, ਲਗਭਗ ਜਿਹੜੇ ਆ 7 ਸਾਲ ਦੇ ਕਰੀਬ ਜਿਹੜੇ ਹੋ ਚੱਲੇ ਆ। ਅਜੇ ਤੱਕ ਉਹ ਜਿਹੜੇ ਕੇਸ ਹੈ ਉੱਥੇ ਖੜੇ ਆ। 4-5 ਮਹੀਨੇ ਬਾਅਦ ਪਤਾ ਨਹੀਂ ਕਿਹਦੀ ਜਿਹੜੀ ਹੈ ਉਹ ਸਰਕਾਰ ਹੋਣੀ ਆ, ਉਸ ਤੋਂ ਬਾਅਦ ਨਵੀਂ ਜਿਹੜੀ ਹੈ ਉਹ ਜਿਹੜੀ ਸਟ੍ਰੈਟਜੀ ਹੈ ਬਣਦੀ ਆ, ਅਲਾਇੰਸ ਕਿਸ ਤਰ੍ਹਾਂ ਦੇ ਨਵੇਂ ਜਿਹੜੇ ਪੋਲੀਟੀਕਲ ਅਫੀਲੀਏਸ਼ਨਸ ਕਿੱਧਰ ਨੂੰ ਜਾਂਦੀਆਂ ਨੇ, ਉਹ ਆਉਣ ਵਾਲਾ ਸਮਾਂ ਲਿਖੂਗਾ। ਉਸ ਤੋਂ ਬਾਅਦ 5 ਸਾਲ ਬਾਅਦ ਆਉਣੀਆਂ, ਫਿਰ ਜਿਹੜਾ ਚੀਜ਼ਾਂ ਸਾਰੀਆਂ ਠੰਡੇ ਬਸਤੇ 'ਚ ਪੈ ਜਾਣੀਆਂ। ਉਹਦੇ ਵਿੱਚੋਂ ਕੋਈ ਨਿਕਲੇ ਜਾਂ ਨਾ ਨਿਕਲੇ, ਇਹ ਜਿਹੜਾ ਕੁਝ ਨਹੀਂ ਕਹਿ ਸਕਦਾ। ਪਰ ਅੱਜ ਦੀ ਘੜੀ ਦੇ ਵਿੱਚ ਇਹ ਕਲੀਅਰ ਹੈ ਕਿ ਸਾਰੀ ਸਿਚੁਏਸ਼ਨ ਉੱਥੇ ਦੀ ਉੱਥੇ ਹੈ। ਇਸ ਸਾਰੇ ਕੁਝ ਤੋਂ ਨਿਕਲਣ ਦੇ ਲਈ ਇਹ ਜਿਹੜਾ ਅਕਾਲੀ ਦਲ ਹੈ ਤੇ SGPC ਦੇ ਨਾਲ ਮਿਲ ਕੇ ਇਹ ਕੋਸ਼ਿਸ਼ ਕਰ ਰਿਹਾ ਇਸ ਗੱਲ ਦੀ ਕਿ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ, ਭਾਵਨਾਵਾਂ ਜੈਨੂਅਨ ਆ ਬਿਲਕੁਲ, ਪਰ ਇਹ ਜਿਹੜਾ ਸਿਆਸੀ ਤੌਰ ਤੇ ਉਹਨੂੰ ਵਰਤ ਕੇ ਆਪਣਾ ਜਿਹੜਾ ਬੇਸ ਹੈ ਉਹਨੂੰ ਬੰਨਣ ਦੀ ਤੇ ਉਹਨੂੰ ਮਜ਼ਬੂਤ ਕਰਨ ਦੀ ਇੱਕ ਉਹਨਾਂ ਦੀ ਕੋਸ਼ਿਸ਼ ਹੈ। ਹਾਂ, ਕਿੰਨਾ ਇਹਦੇ ਵਿੱਚ ਕਾਮਯਾਬ ਹੁੰਦੇ ਆ, ਕਿੰਨਾ ਨਹੀਂ ਹੁੰਦੇ। PTC ਚੈਨਲ ਸਭ ਤੋਂ ਵੱਧ ਚੱਲਦਾ, ਬਾਦਲਾਂ ਦੇ ਕਹਿਣ ਤੇ ਚੱਲਦਾ, ਉਹ ਰੋਜ਼ ਹੀ ਜਿਹੜਾ ਵਾ ਨੰਨੀ ਸ਼ਾਹ ਨੂੰ ਵਿਖਾਉਂਦੇ ਆ। ਬਾਕੀ ਜਿਹੜਾ ਲੀਡਰ ਕੋਈ ਛੋਟਾ ਮੋਟਾ ਵੀ ਕਿਤੇ ਬੈਠਾ, ਉਹ ਸਾਰਾ ਕੁਝ ਇਹ ਚੱਲ ਰਿਹਾ। ਔਰ ਪਿਛਲਾ ਜਿਹੜਾ ਹੋਇਆ ਹੁਣ ਜਿਹੜਾ ਇਹਨਾਂ ਨੇ ਕੀਤਾ ਕਿ ਅਸੀਂ ਜਿਹੜੀ ਸਰੂਪ ਜਿਹੜਾ ਵਾ ਗੋਲੀਆਂ ਦੇ ਨਾਲ ਛਲਣੀ ਹੋਇਆ ਸੀ, ਉਸ ਨੂੰ ਅਸੀਂ ਜਿਹੜਾ ਵਾ ਦੁਬਾਰਾ ਲੋਕਾਂ ਦੇ ਵਿੱਚ ਵਿਖਾਈਏ ਔਰ ਪ੍ਰਚਾਰ ਕਰਕੇ ਲਿਜਾ ਰਹੇ ਨੇ। ਇਹ ਵੇਖੋ, ਇੱਕ ਜਿਹੜਾ ਤੁਹਾਡੀਆਂ ਭਾਵਨਾਵਾਂ ਵਲੂੰਦਰੀਆਂ ਹੋਈਆਂ, ਉਹਦੇ ਨਾਲ ਇੱਕ ਜਿਹੜਾ ਨਾ ਤੁਸੀਂ ਇੱਕ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਦੀ ਕੋਸ਼ਿਸ਼ ਹੈ, ਉਹਨੂੰ ਵਰਤਣ ਦੀ ਕੋਸ਼ਿਸ਼ ਹੈ। ਲੋਕਾਂ ਦੀਆਂ ਭਾਵਨਾਵਾਂ ਬਿਲਕੁਲ ਜਿਹੜੀਆਂ ਉਹ ਜੈਨੂਅਨ ਹੈ, ਚਾਹੇ ਇਸ ਤਰੀਕੇ ਨਾਲ ਕੀਤਾ ਹੋਵੇ ਇਹਨਾਂ ਨੇ, ਚਾਹੇ ਪੋਲੀਟੀਕਲ ਤੌਰ ਦੇ ਉੱਤੇ ਸਰਸੇ ਸਾਧ ਨੂੰ ਜਿਹੜੀ ਹੈ ਉਹ ਜਿਹੜਾ ਵਾ ਮਾਫੀ ਦੇਣ ਦੀ ਗੱਲ ਸੀ, ਉਹਦੇ ਕੇਸ ਵਾਪਸ ਕਰਾਉਣ ਦੀ ਗੱਲ ਸੀ। ਇਹ ਸਾਰਾ ਕੁਝ ਜੋ ਹੋਇਆ ਉਹ ਸਾਡੇ ਸਾਹਮਣੇ। ਭਾਟ ਸਾਹਿਬ, ਸਾਡੇ ਸ਼ੋਅ 'ਚ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਹੀ ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗੇ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।